ਹੈਲੋ ਸਟੂਡੈਂਟ, ਜਿਵੇਂ ਪਿਛਲੇ ਲੈਕਚਰ ਦੇ ਵਿੱਚ ਅਸੀਂ ਪੜ੍ਹਿਆ ਸੀਗਾ ਕਿ ਜਿਹੜਾ ਯੂਨਾਨ ਦੇ ਵਿੱਚੋਂ ਰਾਜਨੀਤਿਕ ਚਿੰਤਨ ਦੀ ਸ਼ੁਰੂਆਤ ਹੋਈ ਤਾਂ ਯੂਨਾਨ ਦੇ ਹੀ ਇੱਕ ਪ੍ਰਸਿੱਧ ਵਿਦਵਾਨ ਪਲੈਟੋ ਵੀ ਇੱਕ ਯੂਨਾਨ ਦੇ ਹੀ ਵਿਦਵਾਨ ਸੀ ਜਿਨ੍ਹਾਂ ਦੇ ਬਾਰੇ ਅਸੀਂ ਅੱਜ ਗੱਲ ਕਰਾਂਗੇ। ਤਾਂ ਜਿਹੜਾ ਪਲੈਟੋ ਦੇ ਜੀਵਨ ਪਰਿਚੈ ਬਾਰੇ ਅਸੀਂ ਪੜ੍ਹਦੇ ਹਾਂਗੇ, ਉਹਨਾਂ ਦਾ ਕਰੈਕਟਰ ਸਕੈਚ, ਉਹਨਾਂ ਦੀ ਲਾਈਫ ਦੇ ਬਾਰੇ ਦੇਖਦੇ ਹਾਂ। ਤਾਂ ਯੂਨਾਨ ਦੇ ਨਗਰ ਏਥਨਸ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀਗਾ। ਤਾਂ ਏਥਨਸ ਦੇ ਵਿੱਚ ਬਹੁਤ ਸਾਰੇ ਵਿਦਵਾਨਾਂ ਦਾ ਜਨਮ ਹੋਇਆ ਸੀ, ਜਿਵੇਂ ਸੁਕਰਾਤ, ਪਲੈਟੋ, ਅਰਸਤੂ। ਇਹਨਾਂ ਦੇ ਨਾਮ ਵਿਸ਼ੇਸ਼ ਤੌਰ 'ਤੇ ਪ੍ਰਸਿੱਧ ਨੇ ਕਿ ਇਹ ਯੂਨਾਨ ਦੇ ਏਥਨਸ ਨਗਰ ਦੇ ਵਿੱਚ ਪੈਦਾ ਹੋਏ ਸੀਗੇ। ਤਾਂ ਪਲੈਟੋ ਸੀ ਜਿਹੜੇ, ਇਹ ਸੁਕਰਾਤ ਦੇ ਵਿਦਿਆਰਥੀ ਸੀਗੇ, ਸੁਕਰਾਤ ਦੇ ਸਟੂਡੈਂਟ ਸੀਗੇ ਇਹ। ਤਾਂ ਪਲੈਟੋ ਦਾ ਜਨਮ ਹੈ ਜਿਹੜਾ 427 ਈਸਵੀ ਪੂਰਵ ਦੇ ਵਿੱਚ ਇੱਕ ਕੁਲੀਨ ਪਰਿਵਾਰ ਦੇ ਵਿੱਚ ਹੋਇਆ। ਉਹਨਾਂ ਦੇ ਪਿਤਾ ਏਥਨਸ ਦੇ ਜਿਹੜੇ ਰਾਜਾ ਸੀਗੇ, ਕਾਰਡਸ ਦੇ ਵੰਸ਼ ਵਿੱਚੋਂ ਪੈਦਾ ਹੋਏ ਸੀ। ਅਤੇ ਉਹਨਾਂ ਦੀ ਮਾਤਾ ਸੀ ਜਿਹੜੀ, ਉਹ ਕਾਨੂੰਨ ਨਿਰਮਾਤਾ ਸੋਲਨ ਪਰਿਵਾਰ ਤੋਂ ਸੰਬੰਧ ਰੱਖਦੀ ਸੋਲਨ ਪਰਿਵਾਰ ਨਾਲ। ਤਾਂ ਜਿਹੜਾ ਪਲੈਟੋ ਹੈ, ਉਹਨਾਂ ਦਾ ਅਸਲੀ ਨਾਮ ਸੀਗਾ ਅਰਿਸਟੋਕਲੀਸ, ਪਰ ਉਹਨਾਂ ਨੂੰ ਪਲੈਟੋ ਦੇ ਨਾਮ ਤੋਂ ਹੀ ਪੂਰੇ ਵਿਸ਼ਵ ਦੇ ਵਿੱਚ ਜਾਣਿਆ ਜਾਂਦਾ ਗਾ। ਤਾਂ ਉਹ ਉਸ ਤੋਂ ਮਤਲਬ ਕਿ ਉਹਨਾਂ ਨੂੰ ਜ਼ਿਆਦਾਤਰ ਅਸੀਂ ਸੁਕਰਾਤ ਦੇ ਨਾਮ ਤੋਂ ਹੀ ਜਾਣਦੇ ਹੈਗੇ। ਜਦੋਂ 20 ਵਰਸ਼ ਦੀ ਉਮਰ ਦੇ ਹੋਏ, ਤਾਂ 20 ਸਾਲ ਦੇ ਹੋਏ ਉਹ, ਤਾਂ ਉਹਨਾਂ ਦਾ ਮਿਲਾਪ ਸੁਕਰਾਤ ਦੇ ਨਾਲ ਹੋਇਆ। ਤਾਂ ਉਹਨਾਂ ਤੋਂ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਹੋਏ, ਠੀਕ ਹੈ, ਅਤੇ ਉਹਨਾਂ ਦੇ ਸਟੂਡੈਂਟ ਬਣ ਗਏ, ਉਹਨਾਂ ਦੇ ਚੇਲੇ ਬਣ ਗਏ। ਤਾਂ 399 ਈਸਵੀ ਪੂਰਵ ਦੇ ਵਿੱਚ ਏਥਨਸ ਦੀ ਪ੍ਰਜਾਤੰਤਰੀ ਸਰਕਾਰ ਨੇ ਸੁਕਰਾਤ ਨੂੰ ਪ੍ਰਾਣ ਦੰਡ ਦੇ ਦਿੱਤਾ ਸੀਗਾ, ਸੁਕਰਾਤ ਨੂੰ ਮਤਲਬ ਕਿ। ਤਾਂ ਉਸ ਤੋਂ ਬਾਅਦ ਪਲੈਟੋ ਜਦੋਂ ਸੀਗੇ, ਉਹ 28 ਸਾਲ ਦੇ ਸੀ ਪਲੈਟੋ, ਜਦੋਂ ਸੁਕਰਾਤ ਨੂੰ ਮੌਤ ਦਾ ਦੰਡ ਦਿੱਤਾ ਗਿਆ। ਤਾਂ ਇਸ ਪ੍ਰਾਣ ਦੰਡ ਦਾ ਪਲੈਟੋ ਦੇ ਉੱਤੇ ਬਹੁਤ ਹੀ ਜ਼ਿਆਦਾ ਅਸਰ ਹੋਇਆ। ਤਾਂ ਉਹਨਾਂ ਨੇ ਰਾਜਨੀਤੀ ਵਿੱਚ ਭਾਗ ਲੈਣ ਦਾ ਇਰਾਦਾ ਛੱਡ ਦਿੱਤਾ। ਤਾਂ ਉਹਨਾਂ ਨੇ ਸੋਚਿਆ ਕਿ ਹੁਣ ਰਾਜਨੀਤੀ 'ਚ ਭਾਗ ਨਹੀਂ ਲੈਣਗੇ। ਤਾਂ ਫਿਰ ਉਹਨਾਂ ਨੇ ਇੱਕ ਦਾਰਸ਼ਨਿਕ ਬਣਨ ਦਾ ਨਿਸ਼ਚਾ ਕੀਤਾ, ਇੱਕ ਫਿਲੋਸਫਰ ਬਣਨ ਦਾ ਨਿਸ਼ਚਾ ਕੀਤਾ। ਤਾਂ ਸੁਕਰਾਤ ਦੇ ਦੇਹਾਂਤ ਤੋਂ ਬਾਅਦ ਉਹ ਮੇਂਗਰਾ ਚਲੇ ਗਏ। ਅਤੇ ਉਸ ਤੋਂ ਬਾਅਦ 12 ਸਾਲ ਤੱਕ ਉਹਨਾਂ ਨੇ ਵੱਖ-ਵੱਖ ਦੇਸ਼ਾਂ ਦੀ ਯਾਤਰਾ ਕੀਤੀ, ਭ੍ਰਮਣ ਕੀਤਾ। ਤਾਂ ਕਿਹਾ ਜਾਂਦਾ ਹੈ ਕਿ ਇਹਨਾਂ ਸਾਲਾਂ ਦੇ ਵਿੱਚ ਉਹਨਾਂ ਨੇ ਅਫਰੀਕਾ, ਮਿਸਰ, ਫਰਾਂਸ, ਬੈਬੀਲੋਨ ਅਤੇ ਸਿਸਲੀਆ ਆਦਿ ਬਹੁਤ ਸਾਰੇ ਦੇਸ਼ਾਂ ਦੀ ਯਾਤਰਾ ਕੀਤੀ, ਬਹੁਤ ਸਾਰੀਆਂ ਥਾਵਾਂ 'ਤੇ ਉਹ ਗਏ। ਤਾਂ ਪਲੈਟੋ ਨੇ 286 ਈਸਵੀ ਪੂਰਵ ਦੇ ਵਿੱਚ ਇਕਾਦਸ਼ੀ ਨਾਮ ਦੀ ਇੱਕ ਸਿੱਖਿਆ ਕੇਂਦਰ, ਮਤਲਬ ਕਿ ਅਕੈਡਮੀ ਦੀ ਸਥਾਪਨਾ ਕੀਤੀ, ਇੱਕ ਐਜੂਕੇਸ਼ਨ ਸੈਂਟਰ ਦੀ ਸਥਾਪਨਾ ਕੀਤੀ। ਤਾਂ ਉਹਨਾਂ ਨੇ ਪਲੈਟੋ ਇਕਾਦਸ਼ੀ ਦੇ ਨਾਮ ਤੋਂ ਇੱਕ ਵਿਖਿਆਤ ਹੈ, ਅਤੇ ਉਹਨਾਂ ਦੀ ਅਕੈਡਮੀ ਜਿਹੜੀ, ਉਹਨੂੰ ਇਕਾਦਸ਼ੀ ਅਕੈਡਮੀ ਵੀ ਕਿਹਾ ਜਾਂਦਾ ਹੈਗਾ। ਤਾਂ 366 ਈਸਵੀ ਪੂਰਵ ਦੇ ਵਿੱਚ ਪਲੈਟੋ ਦੇ ਮਿੱਤਰ ਡਾਇਨ ਨੇ ਸਾਇਰਾਕਿਊਬ ਦੇ ਸ਼ਾਸਕ ਡਾਇਓਸੋਕਨ, ਜਿਹੜਾ ਇੱਕ ਸ਼ਾਸਕ ਸੀਗਾ ਉੱਥੋਂ ਦਾ, ਤਾਂ ਉਹਨਾਂ ਨੂੰ ਸਿੱਖਿਆ ਦੇਣ ਲਈ ਉਹਨਾਂ ਨੇ ਮੰਤਰਿਤ ਕੀਤਾ, ਉਹਨਾਂ ਨੂੰ ਬੁਲਾਇਆ ਗਿਆ। ਤਾਂ ਰਾਜਾ ਦੇ ਦਰਬਾਰੀਆਂ ਨੂੰ ਇਹ ਗੱਲ ਬੁਰੀ ਲੱਗੀ, ਹੈ ਨਾ। ਤਾਂ ਉਹਨਾਂ ਨੇ ਪਲੈਟੋ ਦੇ ਦੋਸਤ ਡਾਇਨ ਨੂੰ ਰਾਜ ਤੋਂ ਨਿਸ਼ਕਾਸਿਤ ਕਰਵਾ ਦਿੱਤਾ। ਤਾਂ ਪਲੈਟੋ ਵੀ ਸਵਦੇਸ਼ ਚਲਾ ਗਿਆ, ਤਾਂ ਪਲੈਟੋ ਵੀ ਉੱਥੋਂ ਚਲਾ ਗਿਆ। ਤਾਂ 361 ਈਸਵੀ ਪੂਰਵ ਦੇ ਵਿੱਚ ਦੁਬਾਰਾ ਰਾਜਾ ਨੇ ਪਲੈਟੋ ਨੂੰ ਬੁਲਾਇਆ, ਪਰ ਉੱਥੇ ਪਹੁੰਚ ਕੇ ਉਹਨੇ ਆਪਣੇ ਆਪ ਨੂੰ ਬੰਦੀ ਪਾਇਆ। ਮਤਲਬ ਜਦੋਂ ਉਹਨੂੰ ਬੁਲਾ ਲਿਆ 361 ਈਸਵੀ ਦੇ ਵਿੱਚ, ਤਾਂ ਉਹਨੂੰ ਉੱਥੇ ਜਾ ਕੇ ਬੰਦੀ ਬਣਾ ਲਿਆ। ਤਾਂ ਬਾਅਦ ਦੇ ਵਿੱਚ ਜਿਹੜਾ ਪਾਇਥਾਗੋਰਸ ਦੇ ਅਨੁਯਾਈ ਨੇ ਉਹਨੂੰ ਮੁਕਤ ਕਰਾ ਦਿੱਤਾ। ਤਾਂ ਬਾਕੀ ਜੀਵਨ ਪਲੈਟੋ ਨੇ ਆਪਣੀ ਅਕਾਦਮੀ ਦੇ ਵਿੱਚ ਹੀ ਬਿਤਾਇਆ, ਜਿਹੜੀ ਉਹਨੇ ਅਕੈਡਮੀ ਬਣਾਈ ਸੀ, ਉਹਨੇ ਉਸ ਤੋਂ ਬਾਅਦ ਆਪਣਾ ਸਾਰਾ ਜੀਵਨ ਅਕੈਡਮੀ ਦੇ ਵਿੱਚ ਬਿਤਾਇਆ। ਤਾਂ ਉਸਨੇ ਹੋਰ ਗ੍ਰੰਥ ਨਹੀਂ ਲਿਖੇ ਹੈਗੇ। ਤਾਂ ਉਹਦਾ ਜਿਹੜਾ ਜੀਵਨ, ਅਧਿਐਨ, ਲੇਖਣ, ਅਕਾਦਮੀ ਦਾ ਸੰਚਾਲਨ, ਮਤਲਬ ਕੀ ਕੀਤਾ ਉਹਨਾਂ ਨੇ ਹੋਰ ਬਹੁਤ, ਫਿਰ ਜਿਹੜਾ ਉਹਨਾਂ ਦਾ ਅਧਿਐਨ ਸੀਗਾ ਉੱਥੇ ਕਰਦੇ ਰਹੇ ਆਪਣੀ ਅਕੈਡਮੀ ਦੇ ਵਿੱਚ ਹੀ। ਤਾਂ 81 ਵਰ੍ਹਿਆਂ ਦੇ ਹੋ ਗਏ, 81 ਸਾਲ ਦੇ ਹੋਏ, ਤਾਂ 374 ਈਸਵੀ ਪੂਰਵ ਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਸਰੀਰ ਹੈ ਤਿਆਗ ਦਿੱਤਾ, ਮਤਲਬ ਕਿ ਉਹਨਾਂ ਦੀ ਮੌਤ ਹੋ ਗਈ। ਤਾਂ ਅਸੀਂ ਉਸ ਤੋਂ ਬਾਅਦ ਦੇਖਦੇ ਹਾਂ ਪਲੈਟੋ ਦੇ ਕਿੱਤੇ ਵੀ, ਉਹਨਾਂ ਨੇ ਕੀ ਕੀ ਵਰਕ ਕੀਤਾ ਆਪਣੀ ਲਾਈਫ ਦੇ ਵਿੱਚ। ਤਾਂ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ 38 ਗ੍ਰੰਥ ਲਿਖੇ ਸੀਗੇ, ਜਿਨ੍ਹਾਂ ਦੇ ਵਿੱਚੋਂ 22 ਗ੍ਰੰਥਾਂ ਨੂੰ ਪ੍ਰਮਾਣਿਕਤਾ ਮਿਲੀ ਹੋਈ ਹੈ, ਕਿ 22 ਗ੍ਰੰਥ ਨੇ ਜਿਹੜੇ ਉਹਨਾਂ ਦੇ ਪ੍ਰਮਾਣਿਕ ਮੰਨੇ ਜਾਂਦੇ ਹੈਗੇ। ਤਾਂ ਮਹੱਤਵਪੂਰਨ ਉਹਨਾਂ ਦੇ ਜਿਹੜੇ 3 ਉਹਦੇ ਗ੍ਰੰਥ ਨੇ, ਉਹ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਨੇ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ। ਪਹਿਲਾ ਹੈ ਦ ਰਿਪਬਲਿਕ, ਉਸ ਤੋਂ ਬਾਅਦ ਹੈ ਦ ਪੋਲੀਟਿਕਸ ਅਤੇ ਦ ਸਟੇਟਮੈਂਟਸ, ਉਸ ਤੋਂ ਬਾਅਦ ਹੈ ਦ ਲਾਜ਼। 3 ਗ੍ਰੰਥ ਇਹਦੇ ਬਹੁਤ ਜ਼ਿਆਦਾ ਹੀ ਮਹੱਤਵਪੂਰਨ ਨੇਗੇ। ਉਸ ਤੋਂ ਬਾਅਦ ਕੁਝ ਹੋਰ ਵੀ ਸੀ, ਜਿਵੇਂ ਕ੍ਰਾਈਟੋ, ਅਪੋਲੋਜੀ, ਜ਼ਾਇਰੀਆਜ਼, ਲੈਚਿਨ, ਫੋਡੋ, ਮੀਨੋ, ਸੋਫਿਸਟ, ਪ੍ਰੈਟੇਗੋਰਸ। ਇਹ ਬਹੁਤ ਸਾਰੇ ਜਿਹੜੇ ਗ੍ਰੰਥ ਨੇ, ਹੋਰ ਵੀ ਉਹਨਾਂ ਦੀਆਂ ਰਚਨਾਵਾਂ ਨੇ, ਉਹ ਲਿਖੀਆਂ ਸੀਗੀਆਂ। ਮੈਕਸਿਓ ਉਹਨਾਂ ਦੇ ਬਾਰੇ ਲਿਖਦੇ ਆ ਕਿ ਪਲੈਟੋ ਦੀਆਂ ਰਚਨਾਵਾਂ ਵਿੱਚ ਉਸ ਸਮੇਂ ਦੇ ਬਹੁਤ ਸਾਰੇ ਵਿਚਾਰਾਂ ਦਾ ਹਰੇਕ ਪਹਿਲੂ ਮਿਲਦਾ ਹੈ। ਤਾਂ ਪਰ ਆਪਣਾ ਖੇਤਰ ਕੇਵਲ ਰਾਜਨੀਤਿਕ ਵਿਚਾਰਾਂ ਤੱਕ ਹੀ ਸੀਮਿਤ ਹੈ। ਅੰਤ 3 ਪੁਸਤਕਾਂ ਰਿਪਬਲਿਕ, ਦ ਸਟੇਟਮੈਂਟ, ਦ ਲਾਜ਼ ਦਾ ਹੀ ਉਲੇਖ ਕੀਤਾ ਗਿਆ, ਮਤਲਬ ਇਹੀ ਉਹਦੀਆਂ ਪੁਸਤਕਾਂ ਬਹੁਤ ਹੀ ਜ਼ਿਆਦਾ ਮਸ਼ਹੂਰ ਹੋਈਆਂ, ਫੇਮਸ ਹੋਈਆਂ।
ਤਾਂ ਪਲੈਟੋ ਨੇ 10 ਸਾਲਾਂ ਤੱਕ ਘੁੰਮਣ ਤੋਂ ਬਾਅਦ ਇੱਕ ਅਕੈਡਮੀ ਦੀ ਸਥਾਪਨਾ ਕੀਤੀ ਸੀਗੀ। ਉਸਨੇ ਆਪਣੀ ਸੰਸਥਾ ਦੇ ਵਿੱਚ ਸਿੱਖਿਆ ਦੇ ਨਾਲ ਨਾਲ ਸਿਧਾਂਤਾਂ ਨੂੰ ਵੀ ਲੇਖਣ ਦੇ ਰੂਪ ਵਿੱਚ ਪੇਸ਼ ਕੀਤਾ। ਉਹਨਾਂ ਨੇ ਹੀ ਸਿੱਖਿਆ ਦੇ ਨਾਲ ਨਾਲ ਆਪਣੇ ਸਿਧਾਂਤ ਸੀ ਜਿਹੜੇ ਉਹਨਾਂ ਨੂੰ ਵੀ ਪੇਸ਼ ਕੀਤਾ। ਪਲੈਟੋ ਦਾ ਰਾਜ ਦਰਸ਼ਨ ਸਿਧਾਂਤਕ ਨਾ ਹੋ ਕੇ ਵਿਵਹਾਰਿਕ ਵੀ ਸੀਗਾ, ਠੀਕ ਹੈ। ਮਤਲਬ ਇਕੱਲੇ ਸਿਧਾਂਤ ਹੀ ਨਹੀਂ ਦਿੰਦੇ ਸੀ, ਸਗੋਂ ਬਿਹੇਵੀਅਰ ਦੇ ਵਿੱਚ ਵੀ ਉਹ ਚੀਜ਼ਾਂ ਨੂੰ ਅਪਣਾਉਂਦੇ ਸੀਗੇ, ਕਿਉਂਕਿ ਉਹਦੀ ਉਤਪੱਤੀ ਦਾ ਮੂਲ ਆਧਾਰ ਵਿਅਕਤੀਗਤ ਆਧਾਰ ਸੀਗਾ, ਵਿਅਕਤੀ ਨੂੰ ਉਹ ਮੁੱਖ ਸਮਝਦੇ ਸੀਗੇ। ਤਾਂ ਜਿਹੜਾ ਪਲੈਟੋ ਸੀਗਾ ਸਿਰੇਕਿਊਜ਼ ਦੇ ਸ਼ਾਸਕ ਦਾ ਸਲਾਹਕਾਰ ਵੀ ਸੀਗਾ, ਇੱਕ ਰਾਜੇ ਦਾ ਸਲਾਹਕਾਰ ਵੀ ਸੀ ਉਹ। ਤਾਂ ਉਸਨੇ 36 ਜਿਹੜੀਆਂ ਕਿਤਾਬਾਂ ਦੀ ਰਚਨਾ ਕੀਤੀ। ਤਾਂ ਇਸ ਤੋਂ ਉਪਰੋਕਤ ਜਿਹੜੇ 3 ਮਹਾਨ ਅਤੇ ਮਹੱਤਵਪੂਰਨ ਗ੍ਰੰਥ ਨੇ ਉਹਨਾਂ ਦੇ ਬਾਰੇ ਅਸੀਂ ਥੋੜ੍ਹਾ ਡਿਟੇਲ ਦੇ ਵਿੱਚ ਪੜ੍ਹਦੇ ਹਾਂ। ਤਾਂ ਪਹਿਲਾਂ ਅਸੀਂ ਪੜ੍ਹਦੇ ਹਾਂ ਦ ਰਿਪਬਲਿਕ, ਕਿ ਦ ਰਿਪਬਲਿਕ ਹੈ ਜਿਹੜਾ ਗ੍ਰੰਥ ਉਹਦਾ ਪਲੈਟੋ ਦਾ। ਤਾਂ ਉਹਦੇ ਵਿੱਚ ਕੀ ਕਹਿੰਦੇ ਆ, ਰਿਪਬਲਿਕ ਇੱਕ ਅਜਿਹੀ ਪੁਸਤਕ ਹੈ ਜਿਸ ਦਾ ਵਰਗੀਕਰਨ ਨਹੀਂ ਹੋ ਸਕਦਾ, ਆਧੁਨਿਕ ਵਿਗਿਆਨ ਦੇ ਕਿਸੇ ਵੀ ਸ਼੍ਰੇਣੀ ਵਿੱਚ ਨਹੀਂ ਆਉਂਦਾ। ਇਸ ਪੁਸਤਕ ਨੂੰ ਪਲੈਟੋ ਨੇ 386 ਈਸਵੀ ਪੂਰਵ ਦੇ ਵਿੱਚ ਪੂਰਾ ਕੀਤਾ ਸੀਗਾ, ਸੰਪੂਰਨ ਕੀਤਾ ਇਸ ਬੁੱਕ ਨੂੰ, ਰਿਪਬਲਿਕ ਨੂੰ। ਰਿਪਬਲਿਕ ਇੱਕ ਸਮਾਜਿਕ, ਰਾਜਨੀਤਿਕ, ਆਰਥਿਕ, ਅਰਥ ਸ਼ਾਸਤਰ, ਮਨੋਵਿਗਿਆਨ ਆਦਿ ਸਾਰੇ ਵਿਸ਼ਿਆਂ ਦਾ ਇਹਦੇ ਵਿੱਚ ਸਾਨੂੰ ਵਰਣਨ ਕੀਤਾ ਹੋਇਆ ਮਿਲਦਾ ਗਾ, ਮਤਲਬ ਕਿ ਸਾਰੇ ਵਿਸ਼ੇ ਸਾਨੂੰ ਇਹਦੇ ਵਿੱਚ ਮਿਲਦੇ ਨੇਗੇ। ਤਾਂ ਉਸਨੇ ਆਪਣੀ ਪੁਸਤਕ ਦੇ ਵਿੱਚ ਲੋਕਤੰਤਰ ਰਾਜ ਦੀ ਆਲੋਚਨਾ ਕੀਤੀ ਹੈਗੀ। ਰਿਪਬਲਿਕ ਜਿਹੜੀ ਬੁੱਕ ਹੈ ਇਹਦਾ ਮੁੱਖ ਵਿਚਾਰ ਇਹ ਹੈ ਕਿ ਸਦਗੁਣ ਹੀ ਗਿਆਨ ਹੈ, ਵਰਚੂ ਇਜ਼ ਨੌਲੇਜ। ਤਾਂ ਇਹ ਵਿਚਾਰ ਪਲੈਟੋ ਨੇ ਆਪਣੀ ਗੁਰੂ ਸੁਕਰਾਤ ਤੋਂ ਸਿੱਖਿਆ ਸੀ, ਉਹਨਾਂ ਤੋਂ ਗ੍ਰਹਿਣ ਕੀਤਾ ਸੀਗਾ। ਇਸ ਗ੍ਰੰਥ ਵਿੱਚ ਪਲੈਟੋ ਦੇ ਵਿਚਾਰਾਂ ਨੂੰ ਮੁੱਖ ਤੌਰ 'ਤੇ 2 ਭਾਗਾਂ ਦੇ ਵਿੱਚ ਵੰਡਿਆ ਜਾਂਦਾ। ਪਹਿਲੇ ਭਾਗ ਦੇ ਵਿੱਚ ਪਹਿਲਾ ਇਹ ਹੈ ਕਿ ਸ਼ਾਸਨਿਕ ਕਲਾ ਹੈ, ਸ਼ੁੱਧ ਗਿਆਨ 'ਤੇ ਆਧਾਰਿਤ ਹੈ, ਕਿ ਸ਼ਾਸਨਿਕ ਕਲਾ ਇਹ ਸ਼ੁੱਧ ਗਿਆਨ ਦੇ ਉੱਤੇ ਆਧਾਰਿਤ ਹੈ। ਦੂਜਾ ਕੀ ਹੈ ਕਿ ਸਮਾਜ ਮਨੁੱਖ ਦੇ ਆਪਸੀ ਸਹਿਯੋਗ ਨਾਲ ਚੱਲਦਾ ਹੈ, ਕਿ ਜਿਹੜਾ ਸਮਾਜ ਹੈ ਮਨੁੱਖਾਂ ਦੇ ਆਪਸੀ ਸਹਿਯੋਗ ਦੇ ਨਾਲ ਚੱਲਦਾ ਹੈ। ਪਲੈਟੋ ਨੇ ਕਿਹਾ ਸੀ ਕਿ ਇੱਕ ਮਹਾਨ ਪੁਰਸ਼ ਦਾ ਪਤਨ ਉਸਦੇ ਜੀਵਨ ਦੀ ਇੱਕ ਅਤਿਅੰਤ ਖੇਦਜਨਕ ਘਟਨਾ ਹੁੰਦੀ ਹੈ। ਤਾਂ ਆਪਣੇ ਇਸ ਮਹੱਤਵਪੂਰਨ ਗ੍ਰੰਥ ਦੇ ਵਿੱਚ ਉਸਨੇ ਸਿੱਖਿਆ ਦੇ ਮਹੱਤਵ ਨੂੰ ਵਿਅਕਤ ਕੀਤਾ। ਇਹੀ ਕਾਰਨ ਹੈ ਕਿ ਵਿਦਵਾਨਾਂ ਨੇ ਉਸਨੂੰ ਅਦਭੁਤ ਗ੍ਰੰਥ ਕਿਹਾ ਗਾ, ਠੀਕ ਹੈ। ਉਸ ਤੋਂ ਬਾਅਦ ਹੈ ਦ ਸਟੇਟਮੈਂਟ, ਉਹਨਾਂ ਦਾ ਅਗਲਾ ਗ੍ਰੰਥ ਹੈ ਜਿਹੜਾ ਸਟੇਟਮੈਂਟ। ਇਹ ਇੱਕ ਰਾਜਨੀਤਿਕ ਗ੍ਰੰਥ ਹੈ। ਇਸ ਦੇ ਵਿੱਚ ਸਿਧਾਂਤ ਦੇ ਰੂਪ ਵਿੱਚ ਵਿਵਹਾਰਿਕ ਗੱਲਾਂ ਦਾ ਸਪਸ਼ਟੀਕਰਨ ਦਿੱਤਾ ਗਿਆ ਗਾ। ਰਿਪਬਲਿਕ ਵਿੱਚ ਉਸਨੇ ਇੱਕ ਆਦਰਸ਼ ਰਾਜ ਦੀ ਸਥਾਪਨਾ ਕੀਤੀ। ਤਾਂ ਜਿਹੜਾ ਉਹਨਾਂ ਦਾ ਇਹ ਵਿਚਾਰ ਹੈ, ਇਸ ਵਿਧੀ ਦਾ ਅਭਾਵ ਹੈਗਾ। ਤਾਂ ਦਾਰਸ਼ਨਿਕ ਰਾਜਾ ਆਪਣੀ ਕੁਸ਼ਲ ਬੁੱਧੀ ਨਾਲ ਸ਼ਾਸਨ ਕਰ ਸਕਦਾ, ਕਿ ਇੱਕ ਦਾਰਸ਼ਨਿਕ ਰਾਜਾ ਜਿਹੜਾ ਇੱਕ ਫਿਲੋਸਫਰ ਕਿੰਗ ਹੈਗਾ, ਉਹ ਆਪਣੀ ਕੁਸ਼ਲ ਬੁੱਧੀ ਮਤਲਬ ਵਿਵੇਕ ਬੁੱਧੀ ਦੇ ਨਾਲ ਸ਼ਾਸਨ ਵਧੀਆ ਢੰਗ ਨਾਲ ਕਰ ਸਕਦਾ ਹੈ। ਪਰੰਤੂ ਪਲੈਟੋ ਇਸ ਗੱਲ ਦਾ ਅਨੁਭਵ ਕਰਦਾ ਹੈ ਕਿ ਰਾਜ ਨੂੰ ਇੱਕ ਸਿੱਖਿਆ ਸੰਸਥਾ ਬਣਾ ਕੇ ਉਸ ਦੇ ਵਿੱਚ ਦਾਰਸ਼ਨਿਕ ਰਾਜਾ ਦੀ ਜਿਹੜਾ ਨਿਰੰਕੁਸ਼ ਸ਼ਾਸਨ ਸਥਾਪਿਤ ਕਰਨਾ ਅਤੇ ਨਾਗਰਿਕਾਂ ਦਾ ਸਥਾਈ ਰੂਪ ਦੇ ਵਿੱਚ ਉਹਦੇ ਨਾਲ ਅਧੀਨ ਹੋ ਜਾਣਾ ਇੱਕ ਅਜਿਹੀ ਕਲਪਨਾ ਹੈ ਜੋ ਕਿ ਰਾਜਨੀਤਿਕ ਅਸਲੀਅਤ ਤੋਂ ਬਹੁਤ ਜ਼ਿਆਦਾ ਦੂਰ ਹੈਗੀ। ਤਾਂ ਇਸ ਲਈ ਸਟੇਟਮੈਂਟ ਜਿਹੜਾ ਗ੍ਰੰਥ ਹੈ ਇਹਦੇ ਵਿੱਚ ਉਸਨੇ ਇੱਕ ਮੌਲਿਕ ਪ੍ਰਸ਼ਨ ਦੀ ਵਿਆਖਿਆ ਕੀਤੀ ਹੈ ਕਿ ਆਦਰਸ਼ ਜਿਹੜਾ ਨਗਰ ਹੈ, ਆਦਰਸ਼ ਰਾਜ ਦੇ ਵਿੱਚ ਨਾਗਰਿਕਾਂ ਨੂੰ ਆਪਣੇ ਸ਼ਾਸਕ ਉੱਤੇ ਓਨਾ ਹੀ ਨਿਰਭਰ ਰਹਿਣਾ ਚਾਹੀਦਾ ਹੈ ਜਿੰਨਾ ਬੱਚਿਆਂ ਨੂੰ ਆਪਣੇ ਮਾਤਾ ਪਿਤਾ ਦੇ ਉੱਤੇ ਨਿਰਭਰ ਹੋਣਾ ਪੈਂਦਾ। ਤਾਂ ਉਹਨਾਂ ਨੂੰ ਉਸਦੇ ਉੱਤਰਦਾਈ ਬਣਨਾ ਚਾਹੀਦਾ, ਮਤਲਬ ਜਿਹੜੇ ਲੋਕ ਨੇ ਵੀ ਰਾਜ ਹੈਗਾ ਉਹਨੂੰ ਉੱਤਰਦਾਈ ਹੋਣਾ ਚਾਹੀਦਾ ਆਪਣੀ ਪ੍ਰਜਾ ਦੇ ਪ੍ਰਤੀ। ਦਾਰਸ਼ਨਿਕ ਰਾਜੇ ਨੂੰ ਅਣਇੱਛਕ ਤੇ ਇੱਛਕ ਜਿਹੜੇ ਨਾਗਰਿਕਾਂ ਦੇ ਉੱਪਰ ਸ਼ਾਸਨ ਕਰਨਾ ਚਾਹੀਦਾ ਹੈ ਜਾਂ ਨਹੀਂ, ਇਹ ਇੱਕ ਬਹੁਤ ਹੀ ਡੂੰਘਾ ਪ੍ਰਸ਼ਨ ਹੈਗਾ। ਇਹਦੇ ਵਿਸ਼ਲੇਸ਼ਣ ਕਰਨ ਉਪਰੰਤ ਪਲੈਟੋ ਇਸ ਸਿੱਟੇ 'ਤੇ ਪਹੁੰਚਿਆ ਕਿ ਇੱਕ ਬੁੱਧੀਮਾਨ ਸ਼ਾਸਕ ਨੂੰ ਜਿਸ ਸ਼ੁੱਧ ਤੱਤ ਦਾ ਗਿਆਨ ਹੁੰਦਾ ਹੈ, ਸ਼ਾਸਕ ਦੀ ਇੱਛਾ ਪ੍ਰਾਪਤ ਕਰਨ ਜਾਂ ਪਰੰਪਰਾਵਾਂ ਦਾ ਪਾਲਣ ਕਰਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਪਰੰਤੂ ਨਾਲ ਹੀ ਉਹ ਸਵੀਕਾਰ ਕਰਦਾ ਹੈ ਕਿ ਆਦਰਸ਼ ਕੇਵਲ ਸਵਰਗ ਦਾ ਹੀ ਨਹੀਂ, ਧਰਤੀ ਉੱਤੇ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਸਟੇਟਮੈਂਟ ਦੇ ਅੰਤ ਵਿੱਚ ਪਲੈਟੋ ਇਹ ਮੰਨ ਲੈਂਦਾ ਕਿ ਰਾਜਾ ਵਿੱਚ ਨਿਰੰਕੁਸ਼ ਸ਼ਾਸਨ ਨਾਲ ਕੰਮ ਨਹੀਂ ਚੱਲੂਗਾ। ਇਸ ਲਈ ਉਹਨਾਂ ਦੇ ਰਾਜਨੀਤਿਕ ਜੀਵਨ ਦੇ ਵਿੱਚ ਜਿਹੜੀ ਵਿਧੀ ਹੈ ਅਤੇ ਇੱਛਾ ਦੀ ਪ੍ਰਾਪਤੀ ਵੀ ਜ਼ਰੂਰੀ ਹੋ ਸਕਦੀ ਹੈਗੀ। ਉਸ ਤੋਂ ਬਾਅਦ ਅਗਲਾ ਗ੍ਰੰਥ ਉਹਨਾਂ ਦਾ ਹੈ ਦ ਲਾਜ਼।
ਤਾਂ ਇਹ ਗ੍ਰੰਥ ਆ ਜਿਹੜਾ ਉਹਨਾਂ ਨੇ 70 ਵਰ੍ਹਿਆਂ ਦੀ ਜਦੋਂ ਉਮਰ ਸੀ ਉਹਨਾਂ ਦੀ, ਉਦੋਂ ਉਹਨਾਂ ਨੇ ਲਿਖਿਆ ਸੀਗਾ। ਉਦੋਂ ਆਦਰਸ਼ਵਾਦੀ ਨਾ ਹੋ ਕੇ ਵਿਵਹਾਰਵਾਦੀ ਹੋ ਗਏ ਸੀ। ਤਾਂ ਪਲੈਟੋ ਦੀ ਦ ਰਿਪਬਲਿਕ ਨਾਮਕ ਰਚਨਾ ਵਿੱਚ ਵਰਣਿਤ ਧਾਰਨਾ ਵਿਚਾਰਧਾਰਾ ਜਿਹੜੀ ਕਾਲਪਨਿਕ ਹੈ, ਪਰੰਤੂ ਦ ਲੌਜ਼ ਦੇ ਵਿੱਚ ਸਾਨੂੰ ਇੱਕ ਦਾਰਸ਼ਨਿਕ ਦੇ ਰੂਪ ਦੇ ਵਿੱਚ, ਇੱਕ ਸਾਹਿਤਕਾਰ, ਇੱਕ ਵਿਵਹਾਰਿਕ ਰਾਜਨੀਤਿਕ ਚਿੰਤਨ ਦੇ ਰੂਪ ਵਿੱਚ ਅਸੀਂ ਉਹਨਾਂ ਨੂੰ ਪਾਉਂਦੇ ਹਾਂ। ਤਾਂ ਪਲੈਟੋ ਨੇ ਆਪਣੇ ਇਸ ਗ੍ਰੰਥ ਦੇ ਵਿੱਚ ਦਾਰਸ਼ਨਿਕ ਚਿੰਤਨ ਦੇ ਸਥਾਨ 'ਤੇ ਧਾਰਮਿਕ ਚਿੰਤਨ ਉੱਤੇ ਜ਼ਿਆਦਾ ਜਿਹੜਾ ਮਹੱਤਵ ਪ੍ਰਦਾਨ ਕੀਤਾ। ਲੌਜ਼ ਵਿੱਚ ਅੰਕਿਤ ਰਾਜ ਰਿਪਬਲਿਕ ਜਿਹੜੀ ਬੁੱਕ ਹੈ, ਇਹਦੇ ਵਿੱਚ ਨਿਯਮਿਤ ਰਾਜ ਨਾਲੋਂ ਗੱਲਾਂ ਦੇ ਵਿੱਚ ਕਾਫੀ ਭਿੰਨ ਹੈਗਾ। ਤਾਂ ਦੋਨਾਂ ਦੇ ਵਿੱਚ ਸਾਨੂੰ ਇੱਕ ਵੱਡਾ ਅੰਤਰ ਦੇਖਣ ਨੂੰ ਮਿਲਦਾ। ਜਿਹੜਾ ਲੌਜ਼ ਹੈ, ਲੌਜ਼ ਦਾ ਰਾਜ ਇੱਕ ਵੈਧ ਰਾਜ ਹੈ, ਕਿਉਂਕਿ ਸ਼ਾਸਨ ਪ੍ਰਬੰਧ ਵਿਧੀ ਦੇ ਅਨੁਸਾਰ ਹੋਵੇਗਾ। ਤਾਂ ਇਸ ਵਿੱਚ ਕਾਨੂੰਨ ਦੀ ਪ੍ਰਭੂਸੱਤਾ ਹੈ, ਸ਼ਾਸਕ ਹੀ ਨਹੀਂ, ਜਦਕਿ ਰਿਪਬਲਿਕ ਦੇ ਦਾਰਸ਼ਨਿਕ ਰਾਜਾ ਦੇ ਉੱਪਰ ਵਿਧੀ ਜਾਂ ਪਰੰਪਰਾ ਦਾ ਕੋਈ ਅੰਕੁਸ਼ ਨਹੀਂ ਹੈਗਾ। ਉਸ ਦੇ ਵਿਧੀ ਦੇ ਮਹੱਤਵ ਉੱਤੇ ਜ਼ੋਰ ਦਿੰਦੇ ਹੋਏ ਕਿਹਾ, ਉਹਨਾਂ ਨੇ ਵਿਧੀ ਦੇ ਮਹੱਤਵ ਦੇ ਉੱਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਵਿਧੀ ਦੇ ਅਭਾਵ ਵਿੱਚ ਆਦਮੀ ਦੀ ਸਥਿਤੀ ਪਸ਼ੂ ਦੀ ਤਰ੍ਹਾਂ ਹੋ ਜਾਂਦੀ ਹੈ। ਜੇਕਰ ਕੇਵਲ ਯੋਗ ਸ਼ਾਸਕ ਹੋਣ ਤਾਂ ਕਾਨੂੰਨ ਦੀ ਜ਼ਰੂਰਤ ਨਹੀਂ ਪਵੇਗੀ, ਕਿਉਂਕਿ ਕੋਈ ਵੀ ਕਾਨੂੰਨ ਜਾਂ ਅਧਿਆਦੇਸ਼ ਗਿਆਨ ਤੋਂ ਵੱਧ ਨਹੀਂ ਹੋ ਸਕਦਾ। ਉਹ ਗਿਆਨ ਨੂੰ ਹੀ ਜ਼ਿਆਦਾ ਮਹੱਤਵ ਦਿੰਦੇ। ਉਹ ਕਹਿੰਦੇ ਵੀ ਕਾਨੂੰਨ ਹੈ ਜਿਹੜਾ ਜਾਂ ਕੋਈ ਅਧਿਆਦੇਸ਼ ਹੈਗਾ, ਉਹ ਗਿਆਨ ਤੋਂ ਜ਼ਿਆਦਾ ਨਹੀਂ ਹੋ ਸਕਦਾ। ਬੰਕਰ ਇਹਦੇ ਬਾਰੇ ਕਹਿੰਦੇ ਨੇ ਕਿ ਨਿੱਜੀ ਲੌਜ਼ ਉਹਦੀ ਜਿਹੜੀ ਲੌਜ਼ ਨਾਮਕ ਰਚਨਾ ਗਈ ਪਲੈਟੋ ਦੀ, ਤਾਂ ਉਸਦਾ ਅੰਤਿਮ ਪਰੰਤੂ ਇੱਕ ਅਤਿਅੰਤ ਮਹੱਤਵਪੂਰਨ ਕੰਮ ਸੀਗਾ ਕਿ ਦਾਰਸ਼ਨਿਕ ਵਿਚਾਰਾਂ ਨੂੰ ਆਦਰਸ਼ਵਾਦ ਤੋਂ ਨਿਕਾਲ ਕੇ ਵਿਵਹਾਰਿਕ ਰੂਪ ਦਿੰਦਾ ਗਾ। ਤਾਂ ਉਹ ਕੀ ਕਹਿੰਦੇ ਨੇ ਕਿ ਇਹਨੂੰ ਦਾਰਸ਼ਨਿਕ ਵਿਚਾਰਾਂ ਤੋਂ ਕੱਢ ਕੇ, ਜਿਹੜੀ ਲੌਜ਼ ਨਾਮ ਦੀ ਰਚਨਾ ਹੈਗੀ ਉਹਦੇ ਵਿੱਚ ਉਹ ਦਾਰਸ਼ਨਿਕ ਵਿਚਾਰਾਂ ਤੋਂ ਕੱਢ ਕੇ ਇੱਕ ਆਦਰਸ਼ ਰਾਜ ਦੀ ਗੱਲ ਕਰਦਾ ਹੈਗਾ, ਤਾਂ ਵਿਵਹਾਰ ਦੀ ਗੱਲ ਕਰਦਾ ਉਹਦੇ ਵਿੱਚ ਇਹ। ਠੀਕ ਹੈ, ਆਈ ਹੋਪ ਤੁਹਾਨੂੰ ਪਲੈਟੋ ਦੇ ਬਾਰੇ ਸਮਝ ਆ ਗਿਆ ਹੋਊਗਾ। ਥੈਂਕ ਯੂ।